ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿਅਨ। ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਕੁਛਕ ਧੀਰ ਧਰ ਅਰ ਰਹੇ। ਲਖ ਸ਼੍ਰੀ ਗੋਬਿੰਦ ਸਿੰਘ। ਦੀਨ ਤੁਫੰਗ ਸੁਦਾਸ ਕੋ ਗਰਜੇ ਸ਼੍ਰੀ ਰਣ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਸੁਭਾਏਮਾਨ ਹੋ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਕਲਗੀਧਰ ਪਿਤਾ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਹੋ। ਜਦੋਂ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਦਿਆਲ ਚੰਦ ਬਿਜੜਵਾਲੀਆ ਮਾਰੋ ਮਾਰ ਕਰਦਾ ਮੈਦਾਨੇ ਜੰਗ ਵਿੱਚ ਆ ਨਿਤਰਿਆ ਹੈ, ਕਿਰਪਾਲ ਚੰਦ ਕਟੋਚੀਆ ਉਹਦੇ ਨਾਲ ਹੈ ਔਰ ਬਹੁਤ ਸਾਰੇ ਸੂਰਬੀਰਾਂ ਦਾ ਨੁਕਸਾਨ ਕਰ ਰਿਹਾ ਹੈ, ਤਾਂ ਮਹਾਰਾਜ ਬੱਬਰ ਸ਼ੇਰ ਦੀ ਤਰ੍ਹਾਂ ਗਰਜੇ ਹਨ। ਰਾਜਾ ਭੀਮ ਚੰਦ ਦੀ ਬੇਨਤੀ ਮੰਨ ਕੇ ਸਾਰੀ ਜੰਗ ਦੀ ਕਮਾਨ ਆਪ ਸੰਭਾਲ ਲਈ ਹੈ ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਿਆਲ ਚੰਦ ਬਿਜੜਵਾਲੀਏ ਨੂੰ ਇੱਕੋ ਗੋਲੀ ਦੇ ਨਾਲ ਇਸ ਸੰਸਾਰ ਤੋਂ ਪਾਰ ਬੁਲਾਇਆ ਹੈ। ਦਿਆਲ ਚੰਦ ਦੇ ਮਰਨ ਨਾਲ ਪਹਾੜੀ ਕਿਰਪਾਲ ਚੰਦ ਕਟੋਚੀਏ ਅਤੇ ਅਲਫ ਖਾਨ ਦੀ ਜਿਹੜੀ ਫੌਜ ਸੀ ਉਹਦੇ ਹੌਸਲੇ ਪਸਤ ਹੋ ਗਏ ਨੇ। ਕੁਝ ਕੁ ਹੌਸਲਾ ਕਰਕੇ ਲੜਦੇ ਰਹੇ ਹਨ ਪਰ ਅੰਦਰੋਂ ਭੈ ਭੀਤ ਹੋ ਚੁੱਕੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਭਾਵ ਐਸਾ ਹੈ। ਉਹ ਕਥਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਹੈ, ਪਿਆਰ ਨਾਲ ਵਰਣਨ ਕਰਦੇ ਹੈ। ਸਰਵਣ ਕਰੀਏ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕੁਛਕ ਧੀਰ ਧਰ ਅਰ ਰਹੇ। ਲਖ ਸ਼੍ਰੀ ਗੋਬਿੰਦ ਸਿੰਘ। ਕੁਛ ਕੁ ਹੌਸਲਾ ਕਰਕੇ ਦੁਸ਼ਮਣ ਸਾਹਮਣੇ ਖੜੇ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੇਖ ਕੇ ਅੰਦਰੋਂ ਹੌਸਲੇ ਪਸਤ ਹੋ ਚੁੱਕੇ ਸਨ ਪਰ ਬਾਹਰੋਂ ਆਪਣਾ ਹੌਸਲਾ ਵਿਖਾ ਰਹੇ ਸਨ। ਦੀਨ ਤੁਫੰਗ ਸੁਦਾਸ ਕੋ ਗਰਜੇ ਸ਼੍ਰੀ ਰਣ ਸਿੰਘ। ਦਸਵੇਂ ਪਾਤਸ਼ਾਹ ਜੋ ਜੰਗ ਦੇ ਮੈਦਾਨ ਦੇ ਬੱਬਰ ਸ਼ੇਰ ਹਨ, ਉਹਨਾਂ ਨੇ ਆਪਣੀ ਬੰਦੂਕ ਜਿਹਦੇ ਨਾਲ ਦਿਆਲ ਚੰਦ ਬਿਜੜਵਾਲੀਏ ਨੂੰ ਮਾਰਿਆ ਸੀ ਵਾਪਸ ਸੇਵਾਦਾਰ ਨੂੰ ਫੜਾ ਦਿੱਤੀ ਹੈ ਤੇ ਆਪ ਬੱਬਰ ਸ਼ੇਰ ਤਰ੍ਹਾਂ ਗਰਜੇ ਹਨ। ਆਦੜੀ ਛੰਦ ਧਰ ਚਾਂਪ ਹੱਥ ਹੈ ਕੋ ਫੰਦਾਈ। ਹੁਣ ਮਹਾਰਾਜ ਨੇ ਬੰਦੂਕ ਛੱਡ ਦਿੱਤੀ ਹੈ ਤੇ ਤੀਰ ਕਮਾਨ ਹੱਥ ਵਿੱਚ ਲੈ ਲਿਆ ਤੇ ਘੋੜੇ ਨੂੰ ਅੱਡੀ ਲਾਈ ਹੈ ਸਮੁਖ ਹੋਏ ਕਰ ਜੀਤ ਚਾਏ। ਔਰ ਦੁਸ਼ਮਣ ਦੇ ਸਾਹਮਣੇ ਜੰਗ ਦੇ ਜਿੱਤਣ ਦੀ ਆਸ ਲੈ ਕੇ ਗਰਜੇ ਹਨ। ਬੜ ਬੇਗ ਸਾਥ ਭਾਥਾ ਮਝਾਰ। ਬੜੀ ਫੁਰਤੀ ਦੇ ਨਾਲ ਭੱਥੇ ਦੇ ਵਿੱਚੋਂ ਕਾਢਿਓ ਖਤੰਗ ਖਰ ਮਨੋ ਮਾਰ। ਔਰ ਤਿੱਖਾ ਤੀਰ ਕੱਢ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਗ ਕੋਬਰਾ ਕਾਲਾ ਨਾਗ ਛੱਡਿਆ ਹੈ ਵਿਖੇ ਸੰਦ ਕਰ ਤਾਨ ਤਾਨ। ਔਰ ਚਿੱਲੇ ਚਾੜ ਕੇ ਕੰਨਾਂ ਤਾਈਂ ਖਿੱਚ ਖਿੱਚ ਕੇ ਰਿਸ ਧਰ ਵਿਸਾਲ ਮੁਚਕੰਤ ਬਾਨ। ਬੜੇ ਗੁੱਸੇ ਨਾਲ ਵੀਰ ਰਸ ਨਾਲ ਮਹਾਰਾਜ ਤੀਰ ਛੱਡਦੇ ਹਨ। ਤਬ ਗਇਓ ਸ਼ੂਕਰੈ ਬੇਗ ਪੂਰ। ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਮਾਨ ਵਿੱਚੋਂ ਤੀਰ ਚੱਲ ਕੇ ਸ਼ੂਕਦੇ ਹੋਏ ਦੁਸ਼ਮਣ ਵੱਲ ਜਾ ਰਹੇ ਹਨ, ਜਿਸ ਨੂੰ ਵੇਖ ਕੇ ਦਿਆਲ ਚੰਦ ਬਿਜੜਵਾਲੀਏ ਦੀ ਅਲਫ ਖਾਨ ਦੀ ਫੌਜ ਭੈ ਭੀਤ ਹੋ ਗਈ ਹੈ। ਸ਼ਤਰੂਆਂ ਦੇ ਦਲ ਦੇ ਵਿੱਚ ਬੜਾ ਭਾਰੀ ਰੌਲਾ ਮਚ ਗਿਆ ਹੈ, ਭੈ ਭੀਤ ਹੋ ਗਏ ਹਨ, ਡਰ ਗਏ ਹਨ ਵੈਰੀ। ਇੱਧਰ ਉੱਧਰ ਵੇਖਦੇ ਹਨ, ਕੋਈ ਸਹਾਰਾ ਨਹੀਂ ਨਜ਼ਰ ਆਉਂਦਾ ਪਹਾੜੀਆਂ ਨੂੰ। ਫਿਰ ਸਤਿਗੁਰੂ ਜੀ ਨੇ ਭੱਥੇ ਵਿੱਚੋਂ ਦੂਸਰਾ ਤੀਰ ਕੱਢਿਆ ਹੈ।
ਕਰ ਜੋਰ ਤਾਸ। ਮਹਾਰਾਜ ਨੇ ਕਮਾਨ ਦੇ ਚਿੱਲੇ ਚਾੜ ਕੇ ਕੰਨਾਂ ਤਾਈਂ ਖਿੱਚਿਆ ਹੈ। ਚੜੰਤ ਚਾਪ ਬਰਖੰਤ ਤੀਰ। ਚਰੜ ਚਰੜ ਕਰਦੇ ਕਮਾਨ ਵਿੱਚੋਂ ਤੀਰਾਂ ਦੀ ਵਰਖਾ ਸ਼ੁਰੂ ਹੋਈ ਹੈ। ਸਦੜੰਤ ਜਾਤ ਬਰੜੰਤ ਵੀਰ। ਕਹਿੰਦੇ ਛਾੜ ਛਾੜ ਕਰਦੇ ਤੀਰ ਜਾਂਦੇ ਆ ਤੇ ਵੀਰ ਬਰੜਾ ਰਹੇ ਹਨ ਤੀਰਾਂ ਤੋਂ ਮਾਰ ਖਾ ਕੇ। ਹਤਿਅੰਤ 70 ਹਤਿਅੰਤ ਜੰਗ। ਮਹਾਰਾਜ ਵੈਰੀ ਨੂੰ ਤੱਕ ਤੱਕ ਕੇ ਖਿੱਚ ਖਿੱਚ ਕੇ ਛਾਤੀ 'ਚ ਤੀਰ ਮਾਰਦੇ ਹਨ। ਹਤਿਅੰਤ ਤਰਾਸ ਥਰੰਤ ਅੰਗ। ਕਹਿੰਦੇ ਭੈ ਭੀਤ ਹੋ ਕੇ ਦੁਸ਼ਮਣਾਂ ਦੇ ਸਰੀਰ ਕੰਬਦੇ ਹਨ, ਕੰਬਣੀਆਂ ਛਿੜ ਗਈਆਂ ਹਨ। ਹਰਿਅੰਤ ਸ਼ੀਗਰ ਨਿਕਸੰਤ ਬਾਣ। ਬੜੀ ਸ਼ੀਘਰਤਾ ਦੇ ਨਾਲ, ਬੜੀ ਫੁਰਤੀ ਦੇ ਨਾਲ ਮਹਾਰਾਜ ਤੀਰ ਚਲਾਉਂਦੇ ਹਨ। ਜਿਨ੍ਹਾਂ ਦੇ ਸਰੀਰ 'ਚ ਤੀਰ ਲੱਗਦੇ ਸਾਰ ਪਾਰ ਲੰਘ ਜਾਂਦੇ ਹਨ। ਖਿਚਿਅੰਤ ਚਾਪ ਲਗਿਅੰਤ ਕਾਨ। ਮਹਾਰਾਜ ਦੇ ਸੂਰਮੇ ਕੰਨਾਂ ਦੇ ਖਿੱਚ ਖਿੱਚ ਬਾਣ ਛੱਡਦੇ ਹਨ। ਕੰਤ ਜਾਤ ਬਰਿਅੰਤ ਧਾਏ। ਕਹਿੰਦੇ ਜਦੋਂ ਤੀਰ ਚੱਲਦੇ ਹਨ ਵੈਰੀਆਂ ਦੀ ਛਾਤੀਆਂ ਦੇ ਵਿੱਚੋਂ ਦੀ ਪਾਰ ਲੰਘ ਜਾਂਦੇ ਹਨ। ਬਰਿਅੰਤ ਵੀਰ ਬਕਿਅੰਤ ਹਾਏ। ਕਹਿੰਦੇ ਸੂਰਮੇ ਘੋੜਿਆਂ ਤੋਂ ਧੜਮ ਧੜਮ ਕਰਕੇ ਡਿੱਗਦੇ ਤੇ ਹਾਏ ਹਾਏ ਕਰਦੇ ਹਨ। ਚਾਰ ਬਾਣ ਦਾਏ ਸੁਹਾਥ। ਇਸ ਤਰ੍ਹਾਂ ਸੱਜੇ ਹੱਥ ਨਾਲ ਮਹਾਰਾਜ ਜੀ ਨੇ 4 ਤੀਰ ਚਲਾਏ ਹਨ। ਵਿੱਚ 70 ਮਾਰੇ ਕੋਪ ਸਾਥ। ਵੈਰੀਆਂ ਦੀ ਫੌਜ ਵਿੱਚ ਬੜੇ ਗੁੱਸੇ ਨਾਲ ਮਾਰੇ ਹਨ। ਬਾਮ ਹੱਥ ਦੇ ਐਂਚ ਚਾਪ। ਫਿਰ ਖੱਬੇ ਹੱਥ ਨਾਲ ਵੀ 3 ਤੀਰ ਚਲਾਉਣ ਲੱਗੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ। ਵਿਦਿਆ ਪ੍ਰਵੀਨ ਧਨ ਬਾਣ ਆਪ। ਜੋ ਮਹਾਰਾਜ ਵਿਦਿਆ ਦੇ ਪ੍ਰਵੀਨ ਹਨ। ਇਹ ਕਥਾ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਸ੍ਰੀ ਬਚਿੱਤਰ ਨਾਟਕ ਵਿੱਚ ਵੀ ਲਿਖੀ ਹੈ ਕਿ ਅਸੀਂ ਪਹਿਲਾਂ ਬੰਦੂਕ ਦੇ ਨਾਲ ਵਿਜੜ ਵਾਲੀਏ ਦਿਆਲ ਚੰਦ ਨੂੰ ਮਾਰਿਆ ਤੇ ਫਿਰ ਅਸੀਂ ਆਪਣੇ ਕਮਾਨ ਤੋਂ 7 ਤੀਰ ਚਲਾਏ। 4 ਸੱਜੇ ਹੱਥ ਨਾਲ ਚਲਾਏ, 3 ਖੱਬੇ ਨਾਲ ਚਲਾਏ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਇੱਕੋ ਇੱਕੋ ਤੀਰ ਨਾਲ 7 7 8 8 10 10 ਦੇ ਸਰੀਰ ਵਿੰਨ ਸੁੱਟੇ ਹਨ। ਸ਼ੂਰੇ ਕਥੰਗ ਖਤੰਗ ਭਟ ਅੰਗ ਭੰਗ। ਜਦੋਂ ਮਹਾਰਾਜ ਸਾਹਿਬ ਜੀ ਤੀਰ ਚਲਾਉਂਦੇ ਹਨ ਵੈਰੀਆਂ ਦੇ ਅੰਗ ਭੰਗ ਕਰ ਸੁੱਟਦੇ ਹਨ। ਮੁਖ ਰਕਤ ਮਨੋ ਰਸ ਵੀਰ ਰੰਗ। ਔਰ ਕਹਿੰਦੇ ਚਿਹਰਾ ਲਾਲੋ ਲਾਲ ਹੋਇਆ ਵੀਰ ਰਸ ਨਾਲ ਰੰਗੇ ਹੋਏ ਕਲਗੀਧਰ ਪਾਤਸ਼ਾਹ ਜੀ ਮਹਾਰਾਜ। ਦਲ ਅਰਨ ਸਮੁਖ ਕਰਕੇ ਪਿਆਨ। ਕਹਿੰਦੇ ਵੈਰੀ ਦੀ ਫੌਜ ਦੇ ਸਾਹਮਣੇ ਬੱਬਰ ਸ਼ੇਰ ਤਰ੍ਹਾਂ ਗਰਜ ਕੇ ਗਏ ਹਨ ਕਲਗੀਧਰ ਜੀ। ਭੁਲਾਏ ਤੁਰੰਗਮ ਕੋ ਮਹਾਨ। ਮਹਾਰਾਜ ਦਾ ਘੋੜਾ ਧਰਤੀ ਤੇ ਪੈਰ ਨਹੀਂ ਲਾਂਦਾ, ਬੜੀ ਚੰਚਲਤਾ ਦੇ ਨਾਲ ਦੌੜਦਾ ਹੈ। ਹੀਲ ਘਾਲ ਕਰ ਧੂਮ ਧਾਮ। ਵੱਡਾ ਭਾਰੀ ਹੱਲਾ ਕਰਕੇ ਧੂਮ ਧਾਮ ਮਚਾ ਰਹੇ ਹਨ। ਪਹੁੰਚੇ ਸਮੀਪ ਨਹਿ ਦੈ ਆਰਾਮ। ਕਹਿੰਦੇ ਦੁਸ਼ਮਣ ਨੂੰ ਆਰਾਮ ਨਹੀਂ ਲੈਣ ਦਿੱਤਾ, ਟਿਕਣ ਨਹੀਂ ਦਿੱਤਾ ਤੇ ਜਿਹੜੀ ਉਹ ਲੱਕੜ ਦੀ ਵਾੜ ਕਰੀ ਹੋਈ ਸੀ ਅਲਫ ਖਾਨ ਨੇ ਪਹਾੜ ਦੀ ਚੋਟੀ ਉੱਤੇ, ਉੱਥੇ ਜਾ ਪਹੁੰਚੇ ਹਨ। ਧੀਰਜ ਛੁਰਾਏ ਦਲ ਕੋ ਭਜਾਏ। ਦੁਸ਼ਮਣ ਦੇ ਦਲ ਦਾ ਹੌਸਲਾ ਤੋੜ ਦਿੱਤਾ ਹੈ ਕਲਗੀਧਰ ਪਾਤਸ਼ਾਹ ਦੇ ਤੀਰਾਂ ਨੇ ਤੇ ਹੁਣ ਭੱਜ ਕੇ ਵੈਰੀ ਉਸ ਵਾੜ ਦੇ ਵਿੱਚ ਵੜ ਗਏ ਹਨ। ਕਰ ਬਾਮ ਬਾਨ ਤ੍ਰੈ ਕੋ ਚਲਾਏ। ਖੱਬੇ ਹੱਥ ਨਾਲ ਮਾਰੇ ਨੇ ਤੀਰ 3 ਤੀਰ ਚਲਾਏ ਹਨ, 4 ਸੱਜੇ ਨਾਲ ਤੇ 3 ਤੀਰ ਖੱਬੇ ਨਾਲ ਛੱਡੇ ਹਨ। ਕੀ ਸਹਾਏ ਲੈ ਭੀਮ ਚੰਦ। ਰਾਜਾ ਭੀਮ ਚੰਦ ਕਲਗੀਧਰ ਪਾਤਸ਼ਾਹ ਦੀ ਮਦਦ ਲੈ ਕੇ, ਸਤਿਗੁਰੂ ਜੀ ਦੀ ਬਖਸ਼ਿਸ਼ ਲੈ ਕੇ ਵੀਰਾਨ ਬਿੰਗਾਰ ਧੀਰਜ ਬਿਲੰਦ। ਆਪਣੇ ਯੋਧਿਆਂ ਨੂੰ ਵੰਗਾਰ ਰਿਹਾ ਵੀ ਛੇਤੀ ਕਰੋ, ਰਲ ਕੇ ਆਪਾਂ ਨਦੌਣ ਦਾ ਕਿਲਾ ਫਤਿਹ ਕਰ ਲਈਏ। ਮੋਰਨ ਚਲਾਏ ਮੋਰਨ ਮਨਿੰਦ। ਸੂਰਮਿਆਂ ਨੇ ਮਹਾਰਾਜ 10ਵੇਂ ਪਾਤਸ਼ਾਹ ਦੀ ਫੌਜ ਤੇ ਭੀਮ ਚੰਦ ਦੀ ਫੌਜ ਨਾਲ ਪ੍ਰਿਥੀ ਚੰਦ ਦੀ ਤੇ ਰਾਮ ਸਿੰਘ ਦੀ ਫੌਜ ਇਕੱਠੀ ਹੈ। ਦੂਜੇ ਪਾਸੇ ਕਿਰਪਾਲ ਚੰਦ ਕਟੋਚੀਏ, ਦਿਆਲ ਚੰਦ ਬਿਜੜਵਾਲੀਏ ਤੇ ਅਲਫ ਖਾਨ ਦੀ ਫੌਜ ਇਕੱਠੀ ਹੈ। ਇਹ 2 ਦਲਾਂ ਦਾ ਮੁਕਾਬਲਾ ਨਦੌਣ ਦੇ ਮੈਦਾਨ ਵਿੱਚ ਹੋ ਰਿਹਾ ਹੈ। ਘੋੜਿਆਂ ਨੂੰ ਮੋਹਰਾਂ ਤਾਂ ਨਚਾਉਂਦੇ ਹੋਏ ਸੂਰਮੇ ਉੱਪਰ ਜਾ ਚੜੇ ਹਨ। ਕਹਿ ਮਾਰ ਮਾਰ ਉਮੰਡੇ ਨਰਿੰਦ। ਮਾਰ ਲਓ ਕਰਦੇ ਸੂਰਮੇ ਉਮੜ ਕੇ ਆ ਪਏ ਹਨ। ਪਹਾੜੇ ਦੇ ਸੂਰਮੇ 22 ਧਾਰ ਦੇ ਰਾਜਪੂਤ ਰਾਜੇ ਆਪਸ 'ਚ ਲੜ ਰਹੇ ਹਨ। ਤੇ ਕਟੋਚ ਕਿਰਪਾਲ ਆਦ। ਦੂਜੇ ਪਾਸੇ ਕਿਰਪਾਲ ਚੰਦ ਕਟੋਚੀਆ ਕਾਂਗੜੇ ਦਾ ਰਾਜਾ, ਹਲ ਗਏ ਪਾਏ ਬਾਛੇ ਵਿਵਾਦ। ਉਹ ਆਪਣੇ ਫੌਜ ਦੇ ਪੈਰ ਹਿੱਲਦੇ ਵੇਖ ਰਿਹਾ ਹੈ।
ਉਹਦੀ ਫੌਜ ਪਿਛਾਂ ਨੂੰ ਹਟ ਰਹੀ ਹੈ, ਵੜ ਰਹੀ ਹੈ ਉਸ ਕਿਲੇ ਦੇ ਵਿੱਚ ਜਿਹੜਾ ਲੱਕੜ ਦਾ ਬਣਾਇਆ ਹੋਇਆ ਹੈ। ਪਟ ਬਲੀ ਗਇਓ ਮਰ ਫਿਰਹਿ ਕੋਏ। ਬਹੁਤ ਵੱਡਾ ਸੂਰਮਾ ਦਿਆਲ ਚੰਦ ਬਿਜੜਵਾਲੀਆ ਮਾਰਿਆ ਗਿਆ। ਹੁਣ ਕੌਣ ਗੁਰੂ ਦਾ ਮੁਕਾਬਲਾ ਕਰੇਗਾ? ਗੁਰ ਕੋ ਪ੍ਰਤਾਪ ਨੈ ਸਹਿ ਸੋਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੀਰਾਂ ਦਾ ਪ੍ਰਤਾਪ ਕਿਸੇ ਕੋਲੋਂ ਝੱਲਿਆ ਨਹੀਂ ਜਾ ਰਿਹਾ, ਕੋਈ ਸਹਿ ਨਹੀਂ ਪਾ ਰਿਹਾ। ਅਜ ਖੇਤ ਬਾਰ ਕੀ ਕਰ ਸੰਭਾਰ। ਕਹਿੰਦੇ ਖੇਤ ਦੀ ਵਾਟ ਛੱਡ ਕੇ ਮੈਦਾਨੇ ਜੰਗ ਵਿੱਚੋਂ ਹੱਥ ਸਨੇ ਸਨੇ ਲੜਤੇ ਜੁਝਾਰ। ਸੂਰਮੇ ਸਹਿਜੇ ਸਹਿਜੇ ਲੜਦੇ ਜਾ ਰਹੇ ਹਨ। ਪਠਗੜ ਉਤੰਗ ਥਲ ਗਾੜ ਜੋਏ। ਜਿਹੜਾ ਲੱਕੜ ਦਾ ਕਿਲਾ ਉੱਚੀ ਥਾਂ ਤੇ ਬਣਿਆ ਹੋਇਆ ਹੈ, ਭਾਜ ਪ੍ਰਵੇਸ਼ੇ ਜਾਏ ਸੋਏ। ਉਹਦੇ ਵਿੱਚ ਜਾ ਪ੍ਰਵੇਸ਼ ਕੀਤਾ ਹੈ। ਭੱਜ ਕੇ ਵੜ ਗਏ ਹਨ ਦਿਆਲ ਚੰਦ ਦੀ ਫੌਜ ਦੇ ਸਿਪਾਹੀ, ਅਲਫ ਖਾਨ ਦੀ ਫੌਜ ਦੇ ਸਿਪਾਹੀ। ਕੀਤਕ ਥਿਰੰਤ ਬਾਹਿਰ ਸੁਪਟ। ਤੇ ਕਈ ਸੂਰਮੇ ਬਾਹਰ ਖਲੋਂਦੇ ਹਨ। ਪਿੱਖ ਹਿਲੇ ਪਾਏ ਤਿੰਨ ਕੋ ਦਬਟ। ਕਹਿੰਦੇ ਮਹਾਰਾਜ ਦਾ ਪ੍ਰਤਾਪ ਵੇਖ ਕੇ ਉਹਦੇ ਪੈਰ ਹਿੱਲ ਗਏ ਨੇ ਤੇ ਉਹ ਅੰਦਰ ਜਾ ਵੜੇ ਹਨ। ਇੱਕ ਬਾਰ ਕੜਾ ਕਰ ਛੁੱਟ ਤੁਫੰਗ। ਇੱਕੋ ਵਾਰੀ ਕਾੜ ਕਾੜ ਬੰਦੂਕਾਂ ਚੱਲੀਆਂ ਹਨ। ਗੁਲਕਾਨ ਲਗਤ ਕਰ ਅੰਗ ਭੰਗ। ਗੋਲੀਆਂ ਲੱਗ ਕੇ ਸਰੀਰਾਂ ਦੇ ਅੰਗ ਭੰਗ ਹੋ ਰਹੇ ਹਨ। ਕਾਟੇ ਕਿਰਪਾਨ ਕਾਟੇ ਸਰੀਰ। ਤਲਵਾਰਾਂ ਕੱਢ ਕੇ ਸਰੀਰ ਵੱਢ ਵੱਢ ਸੁੱਟੇ ਹਨ। ਵਾਡੇ ਉਮੰਗ ਲਖ ਜੀਤ ਵੀਰ। ਯੋਧਿਆਂ ਨੂੰ ਆਪਣੀ ਜਿੱਤ ਦਾ ਹੌਸਲਾ ਹੋ ਗਿਆ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਆਪ ਮੈਦਾਨੇ ਜੰਗ ਵਿੱਚ ਆ ਗਏ ਨੇ। ਸਿੱਖਾਂ ਦਾ ਤੇ ਭੀਮ ਚੰਦ ਦਾ ਹੌਸਲਾ ਵੱਧ ਗਿਆ ਹੈ। ਵਜਨ ਬਾਜ ਉਤਸਾਹ ਹੇਤ। ਉਤਸ਼ਾਹ ਵਾਸਤੇ ਬੜੇ ਮਾਰੂ ਵਾਜੇ ਨਗਾਰੇ ਰਣ ਸਿੰਘੇ ਵੱਜਣ ਲੱਗੇ ਹਨ। ਸਭ ਵਧੇ ਅਗਰ ਲਿਏ ਯੁੱਧ ਖੇਤ। ਕਹਿੰਦੇ ਸਾਹਮਣੇ ਜੰਗ ਦੇ ਮੈਦਾਨ ਦੇ ਵਿੱਚ ਸੂਰਮੇ ਲੜ ਰਹੇ ਹਨ। ਬਹੁ ਲਈ ਲੋਥ ਪੋਥਨ ਕਰਾਲ। ਕਹਿੰਦੇ ਲਾਸ਼ਾਂ ਤੇ ਲਾਸ਼ਾਂ ਚੜ ਗਈਆਂ, ਲੋਥ ਪੋਥਨਾ ਹੋ ਗਈ ਹੈ। ਗਨ ਮਾਸ ਖਾਤ ਕੂਕਰ ਸਿੰਗਰਾਲ। ਆ ਕੁੱਤੇ ਤੇ ਗਿੱਦੜ ਮਾਸ ਖਾ ਰਹੇ ਹਨ। ਗਨ ਗ੍ਰਿਧ ਬ੍ਰਿਧ ਭਰਮਤ ਆਕਾਸ਼। ਬਹੁਤ ਸਾਰੀਆਂ ਗਿੱਧਾਂ ਆਕਾਸ਼ 'ਚ ਉੜਦੀਆਂ ਫਿਰਦੀਆਂ ਹਨ। ਪਰ ਚੋਂਚ ਮਾਸ ਕੇ ਕਰਤ ਗਰਾਸ। ਤੇ ਮਾਸ ਦੀਆਂ ਚੁੰਝਾਂ ਭਰ ਭਰ ਕੇ ਬੋਟੀਆਂ ਖਾਂਦੀਆਂ ਹਨ। ਕੰਕ ਬੰਕ ਅਰ ਕਾਕ ਕੂਕ। ਆ ਚਿੱਟੀਆਂ ਚੀਲਾਂ ਤੇ ਕਾਲੇ ਕਾਂ ਇਹ ਰੌਲਾ ਪਾ ਰਹੇ ਹਨ। ਕਰ ਕਰਾਲ ਢਿਗ ਢੂਕ ਢੂਕ। ਤੇ ਕੁੱਤੇ ਜਿਹੜੇ ਹਨ ਬੜੀ ਭਿਆਨਕ ਸ਼ਕਲ ਦੇ ਵਿੱਚ ਆ ਕੇ ਮਾਸ ਖਾਂਦੇ ਹਨ। ਉਹ ਕਰਤ ਜੋਗਨੀ ਸ਼੍ਰੋਣ ਪਾਨ। ਤੇ ਕੁੱਤੇ ਜਿਹੜੀਆਂ ਜੋਗਣੀਆਂ ਹਨ ਸਾਧ ਸੰਗਤ ਜੀ ਖੱਪਰ ਭਰ ਭਰ ਕੇ ਲਹੂ ਦੇ ਪੀਂਦੀਆਂ ਹਨ। ਨਾ ਚੰਤ ਫਿਰਤ ਮੱਖ ਕਰਤ ਗਾਨ। ਨੱਚਦੀਆਂ ਫਿਰਦੀਆਂ ਨੇ ਔਰ ਗੀਤ ਗਾਉਂਦੀਆਂ ਨੇ, ਬਹੁਤ ਸਾਰੇ ਗੀਤ ਗਾਉਂਦੀਆਂ ਨੇ। ਨੀਤ ਘਾਏ ਕਰ ਨੀਰ ਨੀਰ। ਕਹਿੰਦੇ ਨੇੜਾ ਕਰਕੇ ਫੌਜ ਨੂੰ ਧੱਕਾ ਦੇ ਕੇ ਭਜਾ ਦਿੱਤਾ ਹੈ। ਅਰੇ ਵੀਰ ਲੜ ਫੇਰ ਫੇਰ। ਬੜੇ ਬੜੇ ਸੂਰਮੇ ਲੜ ਕੇ ਹਟ ਕੇ ਹਨ ਪਿੱਛੇ। ਚੌਂਦੇ ਸਨ ਬਿਖੈ ਰਿਪ ਘੇਰ ਘੇਰ। ਚਾਰੇ ਪਾਸਿਓਂ ਵੈਰੀ ਨੂੰ ਘੇਰ ਘੇਰ ਕੇ ਕਾਨ ਬਾਨ ਹੱਥ ਹੀਰ ਹੀਰ। ਗੋਲੀਆਂ ਤੇ ਤੀਰਾਂ ਦਾ ਮੀਂਹ ਬਰਾਬਰ ਆ ਕੇ ਕਰਤੇ ਪ੍ਰਹਾਰ ਭਟ ਦੌਰ ਦੌਰ। ਔਰ ਕਹਿੰਦੇ ਸੂਰਮੇ ਦੌੜ ਦੌੜ ਕੇ ਵਾਰ ਕਰਦੇ ਹਨ। ਸੈ ਉਪਾਏ ਫਿਰ ਠੌਰ ਠੌਰ। ਔਰ ਵੈਰੀ ਨੂੰ ਡਰਾ ਰਹੇ ਨੇ ਇੱਕ ਦੂਜੀ ਨੂੰ, ਦੁਸ਼ਮਣ ਨੂੰ। ਸ਼ਸਤਰਨ ਪ੍ਰਹਾਰ ਬਹੁ ਮਾਰ ਮਾਰ। ਮਾਰ ਮਾਰ ਕਰਦੇ ਸ਼ਸਤਰਾਂ ਦਾ ਵਾਰ ਕਰਦੇ ਨੇ। ਅਰੇ ਸਤਰ ਤਿੰਨ ਟਾਰ ਟਾਰ। ਜਿਹੜਾ ਸਾਹਮਣੇ ਅੜਦਾ ਉਹਨੂੰ ਟਾਲਦੇ ਮਾਰਦੇ ਨੇ, ਭਜਾ ਦਿੰਦੇ ਨੇ। ਪ੍ਰਭ ਸਪਨ ਬਾਣ ਤੇ ਜੀਤ ਜੁੱਧ। ਮਹਾਰਾਜ 10ਵੇਂ ਪਾਤਸ਼ਾਹ ਨੇ 7 ਤੀਰਾਂ ਨਾਲ ਹੀ ਜੰਗ ਜਿੱਤ ਲਿਆ। 8ਵਾਂ ਤੀਰ ਚਲਾਣਾ ਨਹੀਂ ਪਿਆ। 7 ਬਾਣ ਚਲਾਏ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉਹਨਾਂ 7 ਬਾਣਾਂ ਦੇ ਨਾਲ ਹੀ ਮੋਰਚਾ ਫਤਿਹ ਕਰ ਲਿਆ ਹੈ। ਸਾਏ ਦੀਏ ਵਿੱਚ ਬਾਰ ਕਰੁੱਧ। ਦੁਸ਼ਮਣ ਨੂੰ 7 ਤੀਰਾਂ ਨਾਲ ਹੀ ਭਾਜੜ ਪਾ ਦਿੱਤੀ ਹੈ ਤੇ ਉਹਨਾਂ ਨੂੰ ਵਾੜ ਦੇ ਵਿੱਚ ਧੱਕ ਦਿੱਤਾ ਹੈ। ਥਿਰਿਓ ਗਇਓ ਬਾਹਰ ਵਿਸਾਲ। ਆ ਜਿੱਥੇ ਕੋਈ ਬਾਹਰ ਖਲੋਤਾ ਸੀ ਕਠ ਗੜੀ ਵਿਖੈ ਬਿੜ ਗਈ ਉਤਾਲ। ਉਹ ਛੱਡ ਕੇ ਆਪਣੇ ਮੋਰਚੇ ਤੇ ਲੱਕੜ ਦੇ ਕਿਲੇ 'ਚ ਜਾ ਵੜੇ ਨੇ, ਬਾਹਰ ਨਹੀਂ ਖਲੋ ਸਕੇ। ਬਰੇ ਬਾਰ ਪਿਖ ਬਾਰ ਬਾਰ। ਜਦੋਂ ਵੇਖਿਆ ਹੈ ਕਿ ਦੌੜ ਦੌੜ ਕੇ ਸਾਰੇ ਵਾਰੋ ਵਾਰੀ ਉਸ ਵਾਰਡ ਦੇ ਵਿੱਚ ਵੜੀ ਜਾਂਦੇ ਹਨ ਅਰ ਰਹੇ ਓਜ ਅਰ ਧਾਰ ਧਾਰ। ਔਰ ਉਥੋਂ ਬਲ ਦੇ ਨਾਲ ਮੁਕਾਬਲਾ ਕਰਨ ਲੱਗੇ ਹਨ।
ਛੂਟੇ ਤੁਫੰਗ ਬੁੰਗੇਰ ਫੇਰ। ਕਹਿੰਦੇ ਫਿਰ ਉੱਚੇ ਬੁੰਗਿਆਂ ਤੋਂ ਗੋਲੀਆਂ ਚਲਾਣੀਆਂ ਸ਼ੁਰੂ ਕੀਤੀਆਂ ਹਨ। ਵਿੱਚ ਥਿਰ ਕਟੋਚੀਆ ਲੀਨ ਘੇਰ। ਤੇ ਕਿਰਪਾਲ ਚੰਦ ਕਟੋਚੀਏ ਨੂੰ ਸੂਰਮਿਆਂ ਨੇ ਉਸ ਵਾਰਡ ਵਿੱਚ ਘੇਰ ਲਿਆ ਹੈ ਚਾਰੇ ਪਾਸਿਓਂ। ਹੁਣ ਭਇਓ ਯੁੱਧ ਕ੍ਰੁੱਧਤ ਕਰਾਲ। ਫਿਰ ਬੜਾ ਭਿਆਨਕ ਯੁੱਧ ਹੋਇਆ ਹੈ। ਸੁਤਕੰਤ ਬਾਨ ਗੋਰੀ ਹਜ਼ਾਰ। ਹਜ਼ਾਰਾਂ ਤੀਰ ਗੋਲੀਆਂ ਚੱਲਦੇ ਹਨ। ਫਿਰ ਗਏ ਬੀਚ ਸਤਰੁਣ ਵਿਲੋਕ। ਕਹਿੰਦੇ ਜਦੋਂ ਕਿਰਪਾਲ ਚੰਦ ਕਟੋਚੀਏ ਨੇ ਵੇਖਿਆ ਵੀ ਅਸੀਂ ਤਾਂ ਦੁਸ਼ਮਣਾਂ ਦੇ ਘੇਰੇ 'ਚ ਆ ਗਏ ਹਾਂ, ਤਬ ਸੁਭਟ ਆਪਣੇ ਲੀਨ ਰੋਕ। ਤਾਂ ਉਹਨੇ ਆਪਣੇ ਯੋਧਿਆਂ ਨੂੰ ਰੋਕਿਆ ਹੈ। ਅਬ ਗਏ ਹਾਰ ਵਿੱਚ ਹੋਏ ਗਾੜ। ਕਹਿੰਦੇ ਹੁਣ ਸਾਡੀ ਹਾਰ ਹੋਵੇਗੀ। ਅਬ ਗਏ ਹਾਰ, ਹੁਣ ਅਸੀਂ ਹਾਰ ਜਾਵਾਂਗੇ, ਕਿਉਂਕਿ ਹੁਣ ਸਾਡਾ ਜ਼ੋਰ ਨਹੀਂ ਪਵੇਗਾ। ਨਿਕਸੇ ਨ ਵਹਿਰ ਬੜ ਤਰਾਸ ਬਾੜ। ਮਨ ਵਿੱਚ ਸਾਰੇ ਡਰ ਗਏ ਨੇ ਵੀ ਜੇ ਬਾਹਰ ਨਿਕਲਾਂਗੇ ਤੇ ਮਾਰੇ ਜਾਵਾਂਗੇ। ਫਤਿਹ ਲੀਨ ਪ੍ਰਭ ਰਣ ਮਝਾਰ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਦੌਣ ਦਾ ਜੰਗ ਜਿੱਤ ਲਿਆ ਹੈ। ਦਿਸਨ ਵੀਰ ਲਖ ਕੈ ਉਦਾਰ। ਦੋਵਾਂ ਪਾਸਿਆਂ ਦੇ ਸੂਰਮਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਸੂਰਮਾ, ਉਹਨਾਂ ਵਰਗਾ ਜੰਗੀ ਯੋਧਾ ਕੋਈ ਨਹੀਂ ਹੈ। ਨਹਿਰ ਦੇ ਤਰਾਸ ਜਿਨ ਕੇ ਕਦਾਪ। ਇਹ ਐਸੇ ਸੂਰਮੇ ਹਨ, ਡਰ ਨਾਂ ਦੀ ਚੀਜ਼ ਇਹਨਾਂ ਦੇ ਕੋਲੋਂ ਵੀ ਨਹੀਂ ਲੰਘੀ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ। ਇਹ ਭੈ ਤੋਂ ਰਹਿਤ ਨਿਰਭੈ ਸੂਰਮੇ ਹਨ। ਰਿਪਕੋ ਪਲਾਏ ਹੱਥ ਤੀਰ ਆਪ। ਕਹਿੰਦੇ ਦੁਸ਼ਮਣ ਨੂੰ ਮੈਦਾਨੇ ਜੰਗ ਚੋਂ ਭਾਜੜ ਪਾਉਣ ਵਾਲੇ ਹਨ, ਤੀਰਾਂ ਦੀ ਮੀਂਹ ਵਰਸਾਉਣ ਵਾਲੇ ਹਨ। ਜਿਵੇਂ ਪ੍ਰਥਮ ਪਾਮਟਾ ਜੀਤ ਜੰਗ। ਜਿਵੇਂ ਪੌਂਟੇ ਸਾਹਿਬ ਦਾ ਜੰਗ ਪਹਿਲਾਂ ਜਿੱਤਿਆ ਸੀ ਨਾ, ਭੰਗਾਣੀ ਦਾ ਜੰਗ ਫਤਿਹ ਕੀਤਾ ਸੀ, ਅੱਜ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਦੀ ਦੂਸਰੀ ਜੰਗ ਵੀ ਫਤਿਹ ਕਰ ਲਈ ਹੈ। ਸੈਲਪਤੀ ਕਰ ਤਰਾਸ ਸੰਗ। ਕਹਿੰਦੇ ਪਹਾੜੀ ਇਹ ਦੋਵੇਂ ਪਾਸਿਓਂ ਡਰ ਗਏ ਨੇ। ਜਿਹੜਾ ਕਿਰਪਾਲ ਚੰਦ ਕਟੋਚੀਆ ਉਹਦਾ ਡਰਿਆ ਹੀ ਆ ਵੀ ਮੇਰੇ ਸਾਥੀ ਨੂੰ ਗੁਰੂ ਨੇ ਬੰਦੂਕ ਦੀ ਗੋਲੀ ਨਾਲ ਮਾਰ ਦਿੱਤਾ। ਇਧਰੋਂ ਭੀਮ ਚੰਦ ਵਰਗੇ ਵੀ ਅੰਦਰੋਂ ਹੁਣ ਭੈ ਖਾਣ ਲੱਗ ਪਏ ਵੀ ਇਸ ਗੁਰੂ ਨੂੰ ਜਿੱਤਣਾ ਬੜਾ ਔਖਾ ਹੈ। ਤਿਸੀ ਰੀਤ ਇਹ ਜੀਤ ਪਾਏ। ਜਿਵੇਂ ਪੌਂਟੇ ਭੰਗਾਣੀ ਦਾ ਜੰਗ ਜਿੱਤਿਆ ਸੀ, ਅੱਜ 10ਵੇਂ ਪਾਤਸ਼ਾਹ ਨੇ ਨਦੌਣ ਦਾ ਜੰਗ ਜਿੱਤ ਲਿਆ ਹੈ। ਵੀਰ ਬਹਾਦਰ ਬਹੁ ਵਡਾਏ। ਇਹ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਗੁਰੂ ਵੀਰ ਬਹਾਦਰ ਹੈ, ਗੁਰੂ ਮਹਾਬਲੀ ਹੈ, ਗੁਰੂ ਮਹਾਯੋਧਾ ਹੈ। ਕਰਤ ਕੀਰਤੀ ਸੁਭਟ ਬ੍ਰਿੰਦ। ਸੂਰਮੇ ਆਪਣੇ ਆਪਣੇ ਥਾਵਾਂ ਤੇ 10ਵੇਂ ਪਾਤਸ਼ਾਹ ਦਾ ਜਸ ਕਰ ਰਹੇ ਨੇ, ਕੀਰਤੀ ਕਰ ਰਹੇ ਨੇ, ਵਾਹ ਵਾਹ ਕਰ ਰਹੇ ਨੇ। ਹਟ ਪਰੇ ਸ਼ਿਵਰ ਨਿਜ ਕਰ ਆਨੰਦ। ਜਦੋਂ ਹਨੇਰਾ ਜਾ ਪੈਣ ਲੱਗਾ ਤੇ ਸਤਿਗੁਰੂ ਮਹਾਰਾਜ ਜੀ ਜੰਗ ਫਤਿਹ ਕਰਕੇ ਪਿਛਾ ਨੂੰ ਹਟੇ ਆਪਣੇ ਡੇਰਿਆਂ 'ਚ ਆਏ ਹਨ। ਸ਼ਤਰੂ ਨੂੰ ਭਜਾਏ ਵਿੱਚ ਬਾਰ ਬਾਰ। ਦੁਸ਼ਮਣ ਨੂੰ ਭਜਾ ਕੇ ਵਾੜ ਦੇ ਵਿੱਚ ਜਿਹੜੀ ਲੱਕੜ ਦੀ ਵਾੜ ਕੀਤੀ ਹੋਈ ਸੀ, ਕਿਲਾ ਬਣਾਇਆ ਸੀ, ਕਰਿਓ ਡੇਰਾ ਸੁਧਾਰ। ਮਹਾਰਾਜ ਨੇ ਆਪਣੀ ਛਾਉਣੀ 'ਚ ਆ ਕੇ ਡੇਰਾ ਕੀਤਾ ਹੈ, ਪਲੰਗ ਤੇ ਬਿਰਾਜੇ ਹਨ। ਬਜਾਏ ਹਰਖੰਤ ਵੀਰ। ਸੂਰਮਿਆਂ ਨੇ ਨਗਾਰਿਆਂ ਤੇ ਚੋਭਾਂ ਲਾਈਆਂ ਤੇ ਬੜੇ ਖੁਸ਼ ਹੋਏ ਹਨ। ਸਭ ਉਤਰ ਪਰੇ ਨਿਜ ਲੈ ਬਹੀਰ। ਆਪੋ ਆਪਣੀ ਵੀਰ ਲੈ ਕੇ ਆਪਣੇ ਆਪਣੇ ਪੜਾਵਾਂ ਤੇ ਆ ਉਤਰੇ ਹਨ। ਗੁਰੂ ਸਿਵਰ ਆਪਨ ਲਗਾਏ। ਮਹਾਰਾਜ ਸਾਹਿਬ ਜੀ ਨੇ ਆਪਣਾ ਡੇਰਾ ਲਾਸਣ ਲਾ ਲਿਆ ਹੈ। ਭੀਮ ਚੰਦ ਕੁਛ ਦੂਰ ਜਾਏ। ਉਧਰ ਰਾਜਾ ਭੀਮ ਚੰਦ ਵੀ ਕੁਛ ਦੂਰੀ ਤੇ ਜਾ ਕੇ ਡੇਰਾ ਉਤਾਰ ਆਨੰਦ ਧਾਰ। ਆਪਣੀ ਆਪਣੀ ਥਾਵਾਂ ਤੇ ਉਤਰੇ ਹਨ, ਡੇਰਾ ਕੀਤਾ ਹੈ। ਵਿਸਰਾਮ ਕੀਨ ਨਿਸਤਮ ਗੁਜ਼ਾਰ। ਔਰ ਰਾਤ ਨੂੰ ਆਰਾਮ ਕੀਤਾ ਹੈ, ਰਾਤ ਗੁਜ਼ਾਰੀ ਹੈ। ਨਹਿ ਦਿਸੈ ਨਿਕਟ ਤੇ ਜਾਤ ਕੋਏ। ਇੰਨਾ ਹਨੇਰਾ ਸੀ, ਹਨੇਰੀਆਂ ਰਾਤਾਂ ਚੱਲ ਰਹੀਆਂ ਸਨ, ਨੇੜਿਓਂ ਜਾਂਦਾ ਨਜ਼ਰ ਨਹੀਂ ਸੀ ਆਉਂਦਾ ਬੰਦਾ। ਸਭ ਖਾਨ ਪਾਨ ਕਰ ਅਰਧ ਸੋਏ। ਕਹਿੰਦੇ ਕੁਛ ਖਾਣ ਪਾਣ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ ਅੱਧੀ ਫੌਜ ਸੌਂ ਗਈ ਹੈ। ਸਭ ਅਲਫ ਖਾਨ ਕਾ ਟੋਚ ਸੰਗ। ਅੱਧੀ ਫੌਜ ਪਹਿਰੇ ਤੇ ਜਾਗਦੀ ਰਹੀ ਹੈ, ਕਿਉਂਕਿ ਲੜਾਈ ਦਾ ਮਾਹੌਲ ਹੈ, ਦੁਸ਼ਮਣ ਰਾਤ ਨੂੰ ਹਮਲਾ ਨਾ ਕਰ ਦੇਵੇ। ਅੱਧੀ ਫੌਜ ਨੇ ਆਰਾਮ ਕੀਤਾ ਅੱਧੀ ਰਾਤ ਤੱਕ, ਤੇ ਅੱਧੀ ਰਾਤ ਤੋਂ ਬਾਅਦ ਦੂਜੀ ਫੌਜ ਜਾਗੇਗੀ। ਇਸ ਤਰ੍ਹਾਂ ਇਹ ਤਾਂ ਆਪੋ ਆਪਣੇ ਡੇਰਿਆਂ 'ਚ ਸਾਵਧਾਨ ਹਨ। ਉੱਪਰ ਦੀ ਸੁਣੋ ਹੁਣ, ਜਿਹੜਾ ਉਹ ਲੱਕੜ ਦਾ ਕਿਲਾ ਉੱਤੇ ਬਣਿਆ ਨਦੌਣ ਦਾ, ਜਿਹਦੇ ਵਿੱਚ ਕਿਰਪਾਲ ਚੰਦ ਕਟੋਚੀਆ, ਦਿਆਲ ਚੰਦ ਬਿਜੜਵਾਲੀਆ ਤੇ ਅਲਫ ਖਾਨ ਦੀ ਫੌਜ ਹੈ। ਦਿਆਲ ਚੰਦ ਦੀ ਤਾਂ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਮੁਕਤੀ ਕਰ ਦਿੱਤੀ, ਉਹਦਾ ਮਾਰ ਦਿੱਤਾ ਗੋਲੀ ਦੇ ਨਾਲ। ਕਿਰਪਾਲ ਚੰਦ ਤੇ ਅਲਫ ਖਾਨ ਦੋਵੇਂ ਹੀ ਕਿਲੇ ਵਿੱਚ ਰਹਿ ਗਏ।
ਆਪਸ ਵਿੱਚ ਸਲਾਹ ਕਰਦੇ ਹਨ। ਮੰਤਰ ਕੀਨ ਨਹਿ ਬਨਹਿ ਜੰਗ। ਕਿਰਪਾਲ ਚੰਦ ਕਟੋਚੀਏ ਨੇ ਤੇ ਅਲਫ ਖਾਨ ਨੇ ਸਲਾਹ ਕੀਤੀ ਵੀ ਹੁਣ ਆਪਾਂ ਜਿੱਤ ਨਹੀਂ ਸਕਦੇ, ਆਪਾਂ ਗਲਤ ਛੇੜਾ ਛੇੜ ਬੈਠੇ ਹਾਂ, ਕਿਉਂਕਿ ਸਾਨੂੰ ਉਮੀਦ ਨਹੀਂ ਸੀ ਕਿ ਰਾਜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਮਦਦ ਤੇ ਸੱਦ ਲਵੇਗਾ। ਜੇ ਗੁਰੂ ਗੋਬਿੰਦ ਸਿੰਘ ਨਾ ਆਉਂਦੇ ਫਿਰ ਅਸੀਂ ਭੀਮ ਚੰਦ ਤੋਂ ਈਨ ਬਣਵਾ ਲੈਣੀ ਸੀ, ਟੈਕਸ ਵੀ ਲੈਣਾ ਸੀ ਔਰ ਮਾਨਾਈਆਂ ਕਰਨੀਆਂ ਸੀ। ਪਰ ਹੁਣ ਉਹਦੀ ਮਦਦ ਤੇ ਮਹਾਬਲੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਗਏ ਨੇ। ਇਸ ਕਰਕੇ ਹੁਣ ਸਾਡਾ ਕੋਈ ਚਾਰਾ ਨਹੀਂ ਚੱਲਣਾ, ਜੰਗ ਸਾਥੋਂ ਜਿੱਤਿਆ ਨਹੀਂ ਜਾਣਾ। ਬਾਹਰ ਚਲੋ ਇਸ ਵਾਰ ਆਪ। ਹੁਣ ਤਾਂ ਇਸ ਵਾਰੀ ਅਲਫ ਖਾਨ ਜੀ ਆਪਾਂ ਇਹ ਕਿਲਾ ਛੱਡ ਕੇ ਦੌੜ ਚੱਲੀਏ, ਨਿਕਲ ਚੱਲੀਏ, ਇਸੇ ਵਿੱਚ ਹੀ ਸਾਡੀ ਭਲਾਈ ਹੈ, ਨਹੀਂ ਤਾਂ ਅਣਆਈ ਮੌਤ ਮਾਰੇ ਜਾਵਾਂਗੇ। ਮਰ ਬਿਜੜ ਵਾਲੀਆ ਸੁਭੱਟ ਖਾਪ। ਸਾਡਾ ਸੂਰਮਾ ਰਾਜਾ ਬਿਜੜ ਵਾਲੀਆ ਦਿਆਲ ਚੰਦ ਮਾਰਿਆ ਗਿਆ ਹੈ। ਬੜੇ ਬੜੇ ਯੋਧੇ ਜੰਗੀ ਸਿਪਾਹੀ ਜਰਨੈਲ ਮਾਰੇ ਗਏ ਹਨ। ਬੜੋ ਵੀਰ ਇਨਕੋ ਸਹਾਈ। ਗੁਰੂ ਗੋਬਿੰਦ ਸਿੰਘ ਬੜਾ ਵੱਡਾ ਸੂਰਮਾ ਹੈ, 94 ਯੋਧਿਆਂ ਵਿੱਚੋਂ ਗਿਣਿਆ ਜਾਂਦਾ, ਉਹਦੇ ਵਰਗਾ ਕੋਈ ਸੂਰਮਾ ਨਹੀਂ ਹੈ। ਉਹ ਇਹਦੀ ਮਦਦ ਤੇ ਆ ਗਿਆ ਹੈ। ਜੇ ਗੁਰੂ ਨਾ ਆਉਂਦਾ ਫੇਰ ਅਸੀਂ ਭੀਮ ਚੰਦ ਨੂੰ ਵੇਖ ਲੈਂਦੇ। ਇੱਕ ਤੁਫੰਗ ਤੇ ਜੀਤ ਪਾਏ। ਗੁਰੂ ਗੋਬਿੰਦ ਸਿੰਘ ਦੀ ਇੱਕੋ ਗੋਲੀ ਨੇ ਉਹਨਾਂ ਦਾ ਪਲੜਾ ਭਾਰੀ ਕਰ ਦਿੱਤਾ ਤੇ ਸਾਡਾ ਸੂਰਮਾ ਦਿਆਲ ਚੰਦ ਸਾਥੋਂ ਖੋ ਲਿਆ ਹੈ। ਹੋਈ ਪ੍ਰਾਤ ਕਮਸਾਨ ਘੋਰ। ਜੇ ਕੱਲ ਸਵੇਰ ਹੋਏਗੀ, ਲੜਾਈ ਹੋਵੇਗੀ, ਦਿਨ ਚੜੇਗਾ, ਤਾਂ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ, ਪ੍ਰਿਥੀ ਚੰਦ ਦੀਆਂ ਫੌਜਾਂ, ਭੀਮ ਚੰਦ ਦੀਆਂ ਫੌਜਾਂ ਤੇ ਰਾਜੇ ਰਾਮ ਸਿੰਘ ਜਸਰੋਟੀਏ ਦੀਆਂ ਫੌਜਾਂ, ਇਹ ਸਾਰੀਆਂ ਇਕੱਠੀਆਂ ਹੋ ਕੇ ਸਾਡੇ ਤੇ ਹੱਲਾ ਕਰ ਦੇਣਗੀਆਂ। ਜ਼ਿਆਦਾਤਰ ਮੈਨੂੰ ਉਮੀਦ ਹੈ ਵੀ ਕੱਲ ਦੀ ਲੜਾਈ ਵਿੱਚ ਸਾਡੀ ਫੌਜ ਬਹੁਤ ਮਾਰੀ ਜਾਵੇਗੀ। ਹੋ ਸਕਦਾ ਸਾਡੀਆਂ ਵੀ ਜਾਨਾਂ ਚਲੀਆਂ ਜਾਣ। ਹੁਣ ਦਿਆਲ ਚੰਦ ਦੀ ਆਸ ਉਮੀਦ ਸੀਗੀ, ਉਹ ਲੜਦਾ ਸੀ। ਹੁਣ ਕੌਣ ਲੜੇਗਾ? ਹੁਣ ਤਾਂ ਸਾਨੂੰ ਤੁਹਾਨੂੰ ਆਪ ਅੱਗੇ ਜਾਣਾ ਪਵੇਗਾ, ਕਿਉਂਕਿ ਗੁਰੂ ਗੋਬਿੰਦ ਸਿੰਘ ਖੁਦ ਮੈਦਾਨ ਵਿੱਚ ਆ ਵੜੇਗਾ ਤੇ ਹਲਚਲੀ ਖਲਬਲੀ ਮਚਾ ਦੇਵੇਗਾ। ਜੇ ਗੁਰੂ ਆ ਗਿਆ ਤਾਂ ਉਹ ਤਬਾਹੀ ਮਚਾ ਦੇਵੇਗਾ, ਭੜਥੂ ਮਚਾ ਦੇਵੇਗਾ। ਉਹਦੇ ਸਾਹਮਣੇ ਕੌਣ ਖਲੋਵੇਗਾ? ਭੀਮ ਚੰਦ ਨਾਲ ਤਾਂ ਅਸੀਂ ਨਜਿੱਠ ਲੈਣਾ ਸੀ, ਪਰ ਹੁਣ ਗੁਰੂ ਗੋਬਿੰਦ ਸਿੰਘ ਨਾਲ ਕੌਣ ਪੂਰਾ ਉਤਰੇਗਾ? ਇਸ ਕਰਕੇ ਖਾਨ ਸਾਹਿਬ ਮੇਰੀ ਸਲਾਹ ਮੰਨੋ, ਬਿਨ ਆਈ ਮੌਤ ਨਾ ਮਰੀਏ, ਆਪਾਂ ਲੜਾਈ ਛੱਡ ਕੇ ਨਿਕਲ ਚੱਲੀਏ। ਗੁਰ ਬਿਨਾ ਇਨਹੁ ਪਰ ਪੁਨਹ ਕ੍ਰੁੱਧ। ਜੇ ਗੁਰੂ ਨਾ ਹੋਇਆ ਨਾ ਫੇਰ ਇਹਨਾਂ ਨੂੰ ਵੇਖਾਂਗੇ। ਐਤਕੀ ਗੁਰੂ ਇਹਨਾਂ ਦੇ ਨਾਲ ਹੈ, ਇੱਕ ਵਾਰੀ ਗੁਰੂ ਨੂੰ ਇਹਨਾਂ ਤੋਂ ਥੋੜ੍ਹਾ ਜਿਹਾ ਲਾਂਭੇ ਜਾਣ ਦਿਓ, ਗੁਰੂ ਵਾਪਸ ਚਲਾ ਜਾਵੇ, ਫੇਰ ਆਪਾਂ ਵੀਰ ਰਸ ਦੇ ਵਿੱਚ ਆ ਕੇ ਇਹਨਾਂ ਤੇ ਹੱਲਾ ਕਰਾਂਗੇ ਔਰ ਮਹਾ ਜੰਗ ਯੁੱਧ ਕਰਾਂਗੇ, ਇਹਨਾਂ ਨੂੰ ਜਿੱਤ ਲਵਾਂਗੇ। ਇੱਕ ਰੰਗ ਸਦਾ ਹਮ ਤੋਹੇ ਸੰਗ। ਹਾਂ, ਹੇ ਅਲਫ ਖਾਨ ਜੀ, ਤੁਹਾਡਾ ਸਾਡਾ ਪਿਆਰ ਇਵੇਂ ਹੀ ਰਹਿਣਾ। ਅਸੀਂ ਇੱਕ ਰਸ ਤੁਹਾਡੇ ਨਾਲ ਰਵਾਂਗੇ, ਕੋਈ ਕਿਸੇ ਤਰ੍ਹਾਂ ਦਾ ਫਰਕ ਨਹੀਂ ਪੈਣ ਦਿਆਂਗੇ। ਇਹ ਤੁਸੀਂ ਸਾਡੇ ਤੇ ਵਿਸ਼ਵਾਸ ਕਰ ਲਓ। ਚਲਤ ਬਾਤ ਸੁਣ ਅਲਫ ਖਾਨ। ਇਹ ਜਦੋਂ ਕਿਰਪਾਲ ਚੰਦ ਨੇ ਗੱਲ ਕਹੀ ਹੈ, ਅਲਫ ਖਾਨ ਪਠਾਨ ਨੇ ਸੁਣੀ ਹੈ। ਮਨ ਜਾਨ ਮਾਨ ਸਨਮਾਨ ਠਾਨ। ਉਹਨੇ ਉਹਨੂੰ ਵਿਚਾਰਿਆ ਗੱਲ ਨੂੰ, ਉਹਨੂੰ ਸਮਝ ਆ ਗਈ, ਉਹਨੂੰ ਵੀ ਦਿਸਦਾ ਪਿਆ ਸੀ ਵੀ ਕਿਰਪਾਲ ਚੰਦ ਠੀਕ ਕਹਿ ਰਿਹਾ ਹੈ। ਹੁਣ ਮੌਤ ਹੀ ਮੌਤ ਹੈ ਚਾਰੇ ਪਾਸੇ। ਅਸੀਂ ਗਲਤ ਛੇੜਾ ਛੇੜ ਲਿਆ ਹੈ, ਕਿਉਂਕਿ ਸਾਡੇ ਦੁਸ਼ਮਣਾਂ ਦੇ ਨਾਲ ਉਹਨਾਂ ਦੀ ਮਦਦ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆ ਗਏ ਹਨ। ਸਾਡੇ ਬਚਣ ਦੀ ਹੁਣ ਕੋਈ ਆਸ ਨਹੀਂ ਹੈ। ਇਹ ਕਿਰਪਾਲ ਚੰਦ ਠੀਕ ਕਹਿੰਦਾ ਕਿ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਨੂੰ ਵਾਪਸ ਜਾ ਲੈਣ ਦਿਓ, ਲਾਂਭੇ ਹੋ ਲੈਣ ਦਿਓ, ਅਸੀਂ ਫਿਰ ਹਮਲਾ ਕਰਾਂਗੇ ਤੇ ਇਹਨਾਂ ਨੂੰ ਘੇਰ ਘੇਰ ਕੇ ਮਾਰਾਂਗੇ। ਮੰਤਰ ਠਾਨ ਸਾਵਧਾਨ ਹੋਏ। ਇਸ ਤਰ੍ਹਾਂ ਸਲਾਹ ਕਰਕੇ ਸਾਧ ਸੰਗਤ ਜੀ ਨਾ ਸਾਰਿਆਂ ਨੇ
ਵਿਚਾਰ ਕਰਕੇ ਬਨ ਸ਼ੀਘਰ ਤਿਆਰ ਇਸ ਰੀਤ ਸੋਏ ਛੇਤੀ ਨਾਲ ਤਿਆਰੀ ਕੀਤੀ ਹੈ ਇੱਕ ਨਰ ਬਿਠਾਏ ਉੱਚੇ ਸਥਾਨ ਔਰ ਇੱਕ ਬੰਦੇ ਨੂੰ ਉੱਚੀ ਥਾਂ ਤੇ ਉੱਚੇ ਟਾਂਗੂ ਬਣਾ ਕੇ ਬਿਠਾ ਦਿੱਤਾ ਹੈ ਇਸ ਅਗਰ ਧਰਿਓ ਦੁੰਦਬ ਮਹਾਨ ਤੇ ਉੱਚੀ ਥਾਂ ਤੇ ਨਗਾਰਾ ਰੱਖ ਦਿੱਤਾ ਉਹ ਬੰਦੇ ਦੇ ਅੱਗੇ ਵੀ ਤੂੰ ਨਗਾਰਾ ਵਜਾਈ ਚੱਲੀ ਸਭ ਨਿਸ਼ਾ ਬਜਾਵਤ ਰਹੋ ਇਹੋ ਉਹਨੂੰ ਇਹ ਕਹਿਤਾ ਵੀ ਸਾਰੀ ਰਾਤ ਨਗਾਰਾ ਵੱਜਦਾ ਰਹਿਣਾ ਚਾਹੀਦਾ ਹੈ ਜਬ ਲਖੈ ਪ੍ਰਾਤ ਉਠ ਤਿਆਗ ਦੇਹੋ ਜਦੋਂ ਵੇਖੇ ਵੀ ਸਵੇਰ ਹੋਈ ਹੈ ਤਾਂ ਉਸ ਵੇਲੇ ਨਗਾਰਾ ਛੱਡ ਕੇ ਤੂੰ ਵੀ ਭੱਜ ਜਾਵੀਂ ਚਲ ਆਓ ਭਾਜ ਸਮਝਾਏ ਤਾਹੇ ਤੂੰ ਉਸ ਵੇਲੇ ਨਗਾਰਾ ਛੱਡ ਕੇ ਜਦੋਂ ਸਵੇਰ ਦੇ 5-6 ਵੱਜਣਗੇ ਉਦੋਂ ਨਿਕਲ ਆਵੀਂ ਉਸ ਤੋਂ ਪਹਿਲਾਂ ਨਗਾਰਾ ਬੰਦ ਨਾ ਕਰੀ ਤਾਂ ਕਿ ਗੁਰੂ ਗੋਬਿੰਦ ਸਿੰਘ ਨੂੰ ਇਹ ਜਾਂ ਉਹਦੇ ਸਾਥੀਆਂ ਨੂੰ ਭੀਮ ਚੰਦ ਨੂੰ ਇਹੀ ਭੁਲੇਖਾ ਪਿਆ ਰਵੇ ਕਿ ਫੌਜ ਅਜੇ ਕਿਲੇ ਦੇ ਅੰਦਰ ਹੀ ਹੈ ਚੜ੍ਹਾਇਨ ਪਿਆਨੇ ਸਿਗਰ ਮਾਹੇ ਇਹ ਕਹਿ ਕੇ ਅਲਫ ਖਾਨ ਤੇ ਕਿਰਪਾਲ ਚੰਦ ਕਟੋਚੀਆ ਆਪਣੀ ਫੌਜ ਸਮੇਤ ਘੋੜਿਆਂ ਤੇ ਸਵਾਰ ਹੋ ਕੇ ਉਸ ਨਦੌਣ ਦੇ ਲੱਕੜ ਦੇ ਕਿਲੇ ਚੋਂ ਖਿਸਕ ਗਏ ਹਨ ਦਸ ਕਰਨ ਗਤੀ ਸਭ ਆਪਨ ਧਾਰ ਕਹਿੰਦੇ ਆਪਣੀ ਹਾਲਤ ਮਾੜੀ ਵੇਖ ਕੇ ਇਹਨਾਂ ਨੇ ਤਸਕਰਨ ਗਤੀ ਸਭ ਆਪਨ ਧਾਰ ਚੋਰਾਂ ਵਾਲੀ ਗਤੀ ਜਿਹੜੀ ਚੋਰਾਂ ਦੀ ਹਾਲਤ ਹੁੰਦੀ ਹੈ ਨਾ ਵੀ ਚੋਰ ਭੱਜ ਜਾਂਦੇ ਰਾਤ ਨੂੰ ਚੋਰੀ ਭੱਜ ਗਏ ਹਨ ਕਰ ਮੌਨ ਵਹਿਰ ਨਿਕਸੇ ਪਧਾਰ ਚੁੱਪ ਚਪੀਤੇ ਰਾਤ ਨੂੰ ਇਹ ਨਿਕਲੇ ਹਨ ਲਖੇ ਜਾਤ ਗਮਨੇ ਸੁਧਾਮ ਕਹਿੰਦੇ ਘਰ ਜਾਂਦੇ ਹੋਏ ਨਜ਼ਰ ਨਹੀਂ ਆਉਂਦੇ ਇਹਨਾਂ ਦੀ ਹਾਲਤ ਇਹ ਹੋ ਗਈ ਕਿੱਧਰ ਨੂੰ ਭੱਜ ਗਏ ਹਨ ਪੁਰ ਆਦ ਇਨਹੂ ਸਭ ਕਰ ਆਰਾਮ ਇਧਰ ਮਹਾਰਾਜ 10ਵੇਂ ਪਾਤਸ਼ਾਹ ਭੀਮ ਚੰਦ ਰਾਮ ਸਿੰਘ ਜਸਰੋਟੀਆ ਪ੍ਰਿਥੀ ਚੰਦ ਡਡਵਾਲੀਆ ਇਹਨਾਂ ਸਾਰਿਆਂ ਨੇ ਆਰਾਮ ਕੀਤਾ ਆਪਣੇ ਆਪਣੇ ਡੇਰਿਆਂ ਵਿੱਚ ਜਬ ਭਈ ਭੋਰ ਦੁੰਦਬ ਸੁਨਤ ਜਦੋਂ ਸਵੇਰ ਹੋਈ ਹੈ ਨਗਾਰਾ ਰਾਤ ਵੱਜਦਾ ਸੁਣਾਈ ਦਿੰਦਾ ਰਿਹਾ ਇਹਨਾਂ ਨੂੰ ਵਿੱਚ ਹੈ ਮਵਾਸ ਸਗਰੇ ਭਣੰਤ ਸਾਰੇ ਇਹ ਕਹਿ ਰਹੇ ਸਨ ਵੀ ਅਜੇ ਤੱਕ ਕਿਰਪਾਲ ਚੰਦ ਤੇ ਅਲਫ ਖਾਨ ਪਹਾੜ ਦੇ ਉਸ ਕਿਲੇ ਵਿੱਚ ਹੀ ਬੈਠੇ ਹਨ ਕਿਉਂਕਿ ਨਗਾਰੇ ਦੀ ਆਵਾਜ਼ ਸੁਣਾਈ ਦੇ ਰਹੀ ਹੈ ਤਬ ਗਇਓ ਬਜਾਮਨ ਹਾਰ ਭਾਜ ਪਰ ਜਦੋਂ ਸਵੇਰ ਹੋਈ ਤਾਂ ਉਹ ਨਗਾਰਚੀ ਵੀ ਆਪਣੀ ਜਾਨ ਲੈ ਕੇ ਦੌੜ ਗਿਆ ਲੋਕ ਲੀਨ ਸੁਨੋ ਸਮਾਜ ਕਹਿੰਦੇ ਉਹਨੇ ਜਾ ਕੇ ਲੋਕਾਂ ਨੇ ਵੇਖਿਆ ਬਈ ਸਾਰਾ ਹੀ ਕਿਲਾ ਖਾਲੀ ਪਿਆ ਹੈ ਲੱਕੜ ਦੇ ਕਿਲੇ ਵਿੱਚ ਜਿੱਥੇ ਕੱਲ ਅਲਫ ਖਾਨ ਦਾ ਅਤੇ ਕਿਰਪਾਲ ਚੰਦ ਕਟੋਚੀਏ ਦਾ ਤੇ ਦਿਆਲ ਚੰਦ ਬਿਜੜਵਾਲੀਏ ਦਾ ਦਲ ਸੀ ਉਹ ਸਾਰਾ ਹੀ ਉਥੋਂ ਚਾਲੇ ਪਾ ਗਿਆ ਹੈ ਗਏ ਭਾਗ ਤਜ ਲਾਜ ਦੀਨ ਕਹਿੰਦੇ ਵੈਰੀ ਆਪਣੀ ਲਾਜ ਛੱਡ ਕੇ ਬੇਸ਼ਰਮਾਂ ਦੀ ਤਰ੍ਹਾਂ ਚੋਰਾਂ ਦੀ ਤਰ੍ਹਾਂ ਭੱਜ ਗਏ ਹਨ ਗਾ ਅਲਫ ਖਾਨ ਖਾਨਾਨ ਲੀਨ ਕਹਿੰਦੇ ਗਾ ਅਲਫ ਖਾਨ ਕਹਿੰਦੇ ਅਲਫ ਖਾਨ ਚਲਾ ਗਿਆ ਖਾਨਾ ਨੂੰ ਨਾਲ ਲੈ ਕੇ ਨਹਿ ਥਿਰ ਕਟੋਚੀਆ ਧੀਰ ਧਾਰ ਤੇ ਕਿਰਪਾਲ ਚੰਦ ਕਟੋਚੀਏ ਨੇ ਵੀ ਹੌਸਲਾ ਨਹੀਂ ਕੀਤਾ ਉਹ ਵੀ ਨਹੀਂ ਟਿਕਿਆ ਨਹਿ ਅਰੇ ਮੂਡ ਗੀਦੀ ਗਵਾਰ ਉਹ ਮੂਰਖ ਗੀਦੀ ਗਵਾਰਾਂ ਦੀ ਤਰ੍ਹਾਂ ਭੱਜ ਗਏ ਹਨ ਅੜ ਨਹੀਂ ਸਕੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਅਬ ਸਰਬ ਬਾਹਨੀ ਕੇਰ ਵੀਰ ਸਾਰੀ ਫੌਜ ਦੇ ਯੋਧਿਆਂ ਨੂੰ ਲੈ ਕੇ ਸਨਦ ਬੱਧ ਗੇ ਬਾਰ ਤੀਰ ਮਹਾਰਾਜ 10ਵੇਂ ਪਾਤਸ਼ਾਹ ਰਾਜਾ ਭੀਮ ਚੰਦ ਰਾਜਾ ਪ੍ਰਿਥੀ ਚੰਦ ਰਾਮ ਸਿੰਘ ਜਸਰੋਟੀਆ ਇਹ ਸਾਰੇ ਰਾਜੇ ਕਮਰ ਕਸੇ ਕਰਕੇ ਸ਼ਸਤਰ ਬਸਤਰ ਸਜਾ ਕੇ ਜਦੋਂ ਲੱਕੜ ਦੀ ਵਾੜ ਦੇ ਨੇੜੇ ਗਏ ਨੇ ਸਭ ਹੂਨ ਜਾਏ ਲੀਨੋ ਨਿਹਾਰ ਸਾਰਿਆਂ ਨੇ ਜਾ ਕੇ ਵੇਖਿਆ ਵਾੜ ਖਾਲੀ ਪਈ ਹੈ ਭੀਰ ਭੂਰ ਬਾਜੇ ਭਾਜੇ ਵਿਚਾਰ ਕੀਤੀ ਹੈ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਵੀ ਇਹ ਤਾਂ ਕਾਇਰਾਂ ਦਾ ਟੋਲਾ ਸੀਗਾ ਜਿਹੜਾ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਪ੍ਰਤਾਪ ਵੇਖ ਕੇ ਭੱਜ ਗਏ ਹਨ ਮਨ ਹਰਖ ਧਾਰ ਕਰ ਜੀਤ ਬਾਤ ਰਾਜਾ ਭੀਮ ਚੰਦ ਬੜਾ ਖੁਸ਼ ਹੋਇਆ ਚਲੋ ਮੇਰੀ ਜਿੱਤ ਹੋ ਗਈ ਹੈ ਸੁਨ ਭੀਮ ਚੰਦ ਆਨੰਦ ਗਾਤ ਰਾਜਾ ਭੀਮ ਚੰਦ ਬੜਾ ਪ੍ਰਸੰਨ ਹੋਇਆ ਖੁਸ਼ ਹੋਇਆ ਹੈ ਤਬ ਨਿਕਟ ਨਦਾਉਣ ਡੇਰਾ ਸੁਢਾਰ ਨਦਾਉਣ ਦੇ ਨੇੜੇ ਸਾਧ ਸੰਗਤ ਜੀ ਭੀਮ ਚੰਦ ਨੇ ਡੇਰਾ ਕਰ ਲਿਆ ਹੈ ਨਿਸ਼ਚਿੰਤ ਹੋਏ ਲਹਿ ਜੀਤ ਸਾਰ ਨਿਸ਼ਚਿੰਤ ਹੋ ਕੇ ਨਦਾਉਣ ਦੀ ਥਾਂ ਤੇ ਛਾਉਣੀ ਪਾਈ ਹੈ ਸੁੰਦਰ ਤੁਰੰਗ ਸਰਤਾ ਬਿਲੋਕ ਕਹਿੰਦੇ ਬੜਾ ਸੋਹਣਾ ਸੁੰਦਰ ਦਰਿਆ ਨਦੀ ਵਗ ਰਹੀ ਹੈ
ਜਲ ਬਿਮਲ ਵਿਪਾਸਾ ਚਲ ਅਰੋਕ। ਕਹਿੰਦੇ ਬਿਆਸਾ ਦਰਿਆ ਦਾ ਨਿਰਮਲ ਨੀਲਾ ਪਾਣੀ ਹੈ ਜਿਹਨੂੰ ਕੋਈ ਰੋਕ ਨਹੀਂ ਸਕਦਾ। ਪਹਾੜਾਂ ਵਿੱਚੋਂ ਵਲ ਖਾਂਦੀ ਹੋਈ ਬਿਆਸਾ ਨਦੀ ਆ ਰਹੀ ਹੈ, ਉਹਦੇ ਕੰਢੇ ਉੱਤੇ ਇਹ ਨਦੌਣ ਦਾ ਕਿਲਾ ਹੈ। ਇਸ ਤੀਰ ਧੀਰ ਗੁਰ ਥਾਨ ਨੀਕ। ਮਹਾਰਾਜ ਦਸਵੇਂ ਪਾਤਸ਼ਾਹ ਜੀ ਉਸ ਦਰਿਆ ਦੇ ਕੰਢੇ ਤੇ ਪੜਾਅ ਕੀਤਾ ਹੈ। ਸਿਵਰ ਕੀਨ ਉਤਰੀ ਅਨੀਕ। ਮਹਾਰਾਜ ਦੀ ਫੌਜਾਂ ਵੀ ਉੱਥੇ ਉਤਰੀਆਂ ਨੇ ਤੇ ਮਹਾਰਾਜ ਆਪ ਵੀ ਉੱਥੇ ਡੇਰਾ ਕੀਤਾ ਹੈ। ਜਸ ਕਰੈ ਸਕਲ ਪ੍ਰਭ ਕੋ ਵਿਸਾਲ। ਸਾਰੀਆਂ ਛਾਉਣੀਆਂ ਦੇ ਵਿੱਚ, ਸਾਰਿਆਂ ਡੇਰਿਆਂ ਵਿੱਚ, ਸਾਰੇ ਰਾਜਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਸ ਹੋ ਰਿਹਾ ਹੈ। ਸੇਵਕ ਨਿਵਾਜ ਰਿਪ ਕੋ ਕਰਾਲ। ਕਿ ਮਹਾਰਾਜ ਗਰੀਬ ਨਵਾਜ ਹਨ, ਸੇਵਕਾਂ ਨੂੰ ਮਾਣ ਦੇਣ ਵਾਲੇ, ਸ਼ਰਨ ਆਇਆਂ ਦੀ ਲਾਜ ਰੱਖਣ ਵਾਲੇ ਤੇ ਵੈਰੀਆਂ ਦੇ ਲਈ ਕਾਲ ਦਾ ਰੂਪ ਹਨ। ਇੱਕ ਦਿਨ ਬਿਤਾਏ ਕਰ ਖਾਨ ਪਾਨ। ਇੱਕ ਦਿਨ ਹੋਰ ਬੜੇ ਆਰਾਮ ਨਾਲ ਉੱਥੇ ਬਿਆਸਾ ਦੇ ਕੰਢੇ ਤੇ ਰੁਕੇ ਹਨ, ਲੰਗਰ ਪ੍ਰਸ਼ਾਦ ਬਣਾ ਕੇ ਛਕਿਆ ਹੈ। ਸਤਿਗੁਰ ਬਿਰਾਜ ਉੱਚੇ ਸਥਾਨ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਉੱਚੀ ਥਾਂ ਤੇ ਬਿਰਾਜੇ ਹਨ। ਬਹੁ ਖਰੇ ਤਰੋਵਰ ਸਹਿਤ ਸੈਲ। ਔਰ ਬੜੇ ਦਰਖਤ ਖੜੇ ਹਨ ਪਹਾੜਾਂ ਦੇ ਵਿੱਚ ਉੱਚੇ ਉੱਚੇ। ਸਲਤਾਸ ਬੇਗ ਕੀ ਕਰਤ ਸੈਲ। ਔਰ ਬੜੀ ਸੋਹਣੀ ਨਦੀ ਜਿਹੜੀ ਬਿਆਸਾ ਹੈ, ਨੀਲੀ, ਉਹਦਾ ਨੀਲਾ ਜਲ ਹੈ ਤੇ ਬੜੀ ਮਨਮੋਹਣੀ ਉਹ ਜਗ੍ਹਾ ਹੈ। ਉਹਦੀ ਮਹਾਰਾਜ ਸੈਲ ਕਰ ਰਹੇ ਨੇ, ਪਹਾੜਾਂ ਦੀ ਸੈਲ ਕਰ ਰਹੇ ਨੇ। ਕਿਤਕ ਕੀਨ ਡੇਰਾ ਮੁਕਾਮ। ਕਈ ਦਿਨ ਇੱਥੇ ਮਹਾਰਾਜ ਨੇ ਆਸਣ ਰੱਖਿਆ ਹੈ, ਡੇਰਾ ਕੀਤਾ ਹੈ। ਰਾਜਨ ਦਿਖਾਏ ਆਪਣੇ ਸੁਧਾਮ। ਤੇ ਰਾਜਿਆਂ ਨੇ ਵੀ ਆਪਣੇ ਘਰਾਂ ਵਿੱਚ ਚਰਨ ਪਵਾਏ ਹਨ। ਜਿਹੜੇ ਰਾਜੇ ਦਸਵੇਂ ਪਾਤਸ਼ਾਹ ਦੇ ਪਹਿਲਾਂ ਵਿਰੋਧੀ ਬਣੇ ਹੋਏ ਸਨ, ਭੀਮ ਚੰਦ ਵਰਗੇ, ਉਹ ਹੁਣ ਕਹਿੰਦੇ ਫਿਰਦੇ ਮਹਾਰਾਜ ਸਾਡੇ ਮਹਿਲਾਂ 'ਚ ਚਰਨ ਪਾਓ, ਸਾਡੇ ਕਿਲਿਆਂ 'ਚ ਚਰਨ ਪਾਓ, ਸਾਡੀ ਸੈਰਗਾਹ ਵਿੱਚ ਚਰਨ ਪਾਓ। ਤੇ ਹੁਣ ਮਹਾਰਾਜ ਨੂੰ ਤਰਲੇ ਕੱਢਦੇ ਹਨ ਕਿ ਸਾਡੇ ਘਰ ਚਰਨ ਪਾ ਕੇ ਘਰਾਂ ਨੂੰ ਪਵਿੱਤਰ ਕਰੋ। ਸਭ ਕੋ ਪ੍ਰਸੰਨ ਸਭ ਭਾਂਤ ਕੀਨ। ਰਾਜਾ ਭੀਮ ਚੰਦ ਸਤਿਗੁਰਾਂ ਨੂੰ ਹਰ ਤਰ੍ਹਾਂ ਨਾਲ ਖੁਸ਼ ਕਰਨ ਦਾ ਯਤਨ ਕਰ ਰਿਹਾ ਹੈ। ਬਹੁ ਸੁਜਸ ਕਹੈ ਬਨ ਅਗਰ ਦੀਨ। ਹੱਥ ਜੋੜ ਜੋੜ ਕੇ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਨਾਲ ਜੰਗ ਜਿੱਤਿਆ ਹਾਂ, ਨਹੀਂ ਤਾਂ ਮੇਰੀ ਕੋਈ ਹਾਲਤ ਨਹੀਂ ਸੀ। ਐਨੇ ਦੁਸ਼ਮਣ ਚੜ੍ਹ ਕੇ ਆ ਗਏ ਸਨ। ਮੁਗਲਾਂ ਦੀ ਫੌਜ, ਅਲਫ ਖਾਨ ਪਠਾਣਾਂ ਦੀ ਫੌਜ ਲੈ ਕੇ ਆ ਗਿਆ ਸੀ। ਮਹਾਰਾਜ ਤੁਸੀਂ ਕਿਰਪਾ ਕੀਤੀ ਹੈ, ਮੈਨੂੰ ਇਸ ਬਲਾਤ ਤੋਂ ਬਚਾ ਲਿਆ ਹੈ। ਬ੍ਰਿੰਦ ਸਰਬ ਭੈ ਭੀਤ ਹੋਏ। ਜਿੰਨੇ ਵੈਰੀ ਸਨ ਸਾਰੇ ਭੈ ਭੀਤ ਕਰ ਦਿੱਤੇ ਹਨ। ਆਪ ਜੀ ਤੋਂ ਡਰਦਾ ਮਾਰਾ ਅਲਫ ਖਾਨ ਰਾਤੋਂ ਰਾਤ ਭੱਜ ਗਿਆ। ਸਤਿਗੁਰੂ ਜੀ ਤੁਹਾਡੀ ਝਾਲ ਨਹੀਂ ਚੱਲ ਸਕਿਆ। ਮਰੇ ਪ੍ਰਤਾਪ ਭਾਗੇ ਸੋ ਜੋਏ। ਮਹਾਰਾਜ ਤੁਹਾਡੇ ਪ੍ਰਤਾਪ ਦੇ ਨਾਲ ਭੱਜੇ ਹਨ ਵੈਰੀ, ਅਸੀਂ ਨਹੀਂ ਸੀ ਭਜਾ ਸਕਦੇ ਉਹਨਾਂ ਨੂੰ। ਤੁਹਾਡੇ ਤੀਰਾਂ ਦੀ ਕਰਾਮਾਤ ਹੈ ਕਲਗੀਧਰ ਪਾਤਸ਼ਾਹ ਜੀ ਕਿ 7 ਤੀਰਾਂ ਦੇ ਨਾਲ ਤੁਸੀਂ ਮੋਰਚਾ ਫਤਿਹ ਕਰ ਲਿਆ ਹੈ। ਇਸ ਰੀਤ ਦਿਓਸ ਕੇਤਕ ਬਿਤਾਏ। ਇਸ ਤਰ੍ਹਾਂ ਸਾਧ ਸੰਗਤ ਜੀ ਕਈ ਦਿਨ ਇਤਿਹਾਸ ਵਿੱਚ ਕਈਆਂ ਵਿਦਵਾਨਾਂ ਨੇ 16 ਕਈ 17 ਦਿਨ ਇਸ ਤਰ੍ਹਾਂ ਦੱਸੇ ਨੇ ਮਹਾਰਾਜ ਨਦੌਣ ਦੇ ਇਲਾਕੇ 'ਚ ਗੁਜ਼ਾਰ ਕੇ। ਗੁਰ ਕਰਤ ਆਨੰਦ ਜਲ ਤਟ ਸੁਹਾਏ। ਸੋ ਮਹਾਰਾਜ ਦਸਵੇਂ ਪਾਤਸ਼ਾਹ ਬੜਾ ਸੁੰਦਰ ਬਿਆਸਾ ਦੇ ਕੰਢੇ ਤੇ ਆਨੰਦ ਮਾਣਿਆ ਹੈ। ਉਹ ਕਥਾ ਆਪ ਜੀ ਅੱਗੇ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ